ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੱਖ ਸਾਖੀ ਨੈਟਵਰਕਸ। ਸੰਗਤ ਜੀ, ਗੁਰੂ ਜੀ ਸਮਰੱਥ ਹਨ। ਜੋ ਸਾਡੀ ਕਿਸਮਤ ਵਿੱਚ ਨਹੀਂ ਵੀ ਲਿਖਿਆ ਹੁੰਦਾ, ਗੁਰੂ ਸਾਨੂੰ ਉਹ ਵੀ ਦੇਣ ਵਿੱਚ ਸਮਰੱਥ ਹੈ। ਸਾਡੀ ਸ਼ਰਧਾ ਅਤੇ ਸਾਡੇ ਵਿਸ਼ਵਾਸ ਕਾਰਨ ਗੁਰੂ ਜੀ ਸਾਡੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਕਰਦੇ ਹਨ। ਜੇਕਰ ਸਾਡੀ ਇੱਛਾ ਸ਼ਕਤੀ ਇੰਨੀ ਮਜ਼ਬੂਤ ਹੁੰਦੀ ਹੈ ਕਿ ਸੱਚੇ ਪ੍ਰਭੂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਸਾਡੀ ਇਸ ਇੱਛਾ ਨੂੰ ਪੂਰਾ ਨਹੀਂ ਕਰ ਸਕਦਾ, ਤਾਂ ਫਿਰ ਗੁਰੂ ਜੀ ਆਪ ਆਉਂਦੇ ਹਨ ਜਾਂ ਫਿਰ ਆਪਣੇ ਕਿਸੇ ਦੂਤ ਨੂੰ ਭੇਜ ਕੇ ਆਪਣੇ ਸਿੱਖ ਦੀ ਅਰਦਾਸ ਨੂੰ ਜ਼ਰੂਰ ਭਾਗ ਲਗਾਉਂਦੇ ਹਨ ਅਤੇ ਸਿੱਖ ਦੀਆਂ ਇੱਛਾਵਾਂ ਨੂੰ ਪੂਰਨ ਕਰਦੇ ਹਨ। ਇਸੇ ਤਰ੍ਹਾਂ ਹੀ ਰਾਣੀ ਵਿਸ਼ੰਬਰਾ ਨੂੰ ਵੀ ਪੂਰਨ ਯਕੀਨ ਸੀ ਕਿ ਪ੍ਰਭੂ ਜੀ ਇੱਕ ਨਾ ਇੱਕ ਦਿਨ ਉਸ ਦੀ ਅਰਦਾਸ ਨੂੰ ਜ਼ਰੂਰ ਸੁਣਨਗੇ। ਰਾਣੀ ਵਿਸ਼ੰਬਰਾ ਆਪਣੇ ਪਤੀ ਨਾਲ ਪਟਨਾ ਸਾਹਿਬ ਵਿਖੇ ਇੱਕ ਵੱਡੀ ਹਵੇਲੀ ਵਿੱਚ ਰਹਿੰਦੀ ਸੀ। ਰਾਣੀ ਵਿਸ਼ੰਬਰਾ ਜੀ ਨੂੰ ਰਾਣੀ ਮੈਣੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਦੇ ਘਰ ਵਿੱਚ ਪ੍ਰਭੂ ਦਾ ਦਿੱਤਾ ਸਭ ਕੁਝ ਸੀ। ਉਹਨਾਂ ਦੇ ਘਰ ਧਨ ਦੌਲਤ, ਰਾਜ ਭਾਗ, ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ, ਪਰੰਤੂ ਘਾਟ ਸੀ ਤਾਂ ਸਿਰਫ ਇੱਕ ਔਲਾਦ ਦੀ। ਉਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ। ਰਾਣੀ ਨੂੰ ਹਰ ਸਮੇਂ ਇਹੀ ਚਿੰਤਾ ਲੱਗੀ ਰਹਿੰਦੀ ਸੀ ਕਿ ਉਸ ਦੇ ਕਦੋਂ ਪੁੱਤਰ ਹੋਵੇਗਾ, ਕਿ ਉਸ ਨੂੰ ਕਦੇ ਪੁੱਤਰ ਦੀ ਪ੍ਰਾਪਤੀ ਹੋਵੇਗੀ ਵੀ ਜਾਂ ਨਹੀਂ ਹੋਵੇਗੀ। ਰਾਣੀ ਅਕਸਰ ਹੀ ਬਾਲ ਗੋਬਿੰਦ ਰਾਏ ਜੀ ਨੂੰ ਸਾਥੀ ਬਾਲਕਾਂ ਨਾਲ ਖੇਡਦੇ ਹੋਏ ਵੇਖਦੀ ਸੀ। ਜਦੋਂ ਵੀ ਉਹ ਗੋਬਿੰਦ ਰਾਏ ਜੀ ਨੂੰ ਵੇਖਦੀ ਤਾਂ ਉਸ ਦਾ ਮਨ ਭਰ ਆਉਂਦਾ। ਉਹ ਸੋਚਦੀ ਕਿ ਕਾਸ਼ ਮੇਰਾ ਵੀ ਗੋਬਿੰਦ ਵਰਗਾ ਇੱਕ ਪੁੱਤਰ ਹੁੰਦਾ। ਗੋਬਿੰਦ ਰਾਏ ਜੀ ਬੜੇ ਹੀ ਮੋਹਕ ਸਨ। ਰਾਣੀ ਜਦੋਂ ਵੀ ਉਹਨਾਂ ਨੂੰ ਵੇਖਦੀ ਤਾਂ ਗੁਰੂ ਜੀ ਦੀ ਮੋਹਣੀ ਸੂਰਤ ਉਸ ਦੇ ਮਨ ਵਿੱਚ ਵਸ ਜਾਂਦੀ ਸੀ। ਉਹ ਹਰ ਰੋਜ਼ ਸੋਚਦੀ ਕਿ ਕਿਤੇ ਗੋਬਿੰਦ ਜੀ ਸਾਡੇ ਘਰ ਵੀ ਆ ਜਾਣ ਤਾਂ ਮੈਂ ਉਹਨਾਂ ਨੂੰ ਆਪਣੇ ਪੁੱਤਰ ਵਾਂਗ ਪਿਆਰ ਕਰਾਂ। ਇੱਕ ਦਿਨ ਮਾਂ ਬਣਨ ਦਾ ਸੁਪਨਾ ਲੈ ਕੇ ਰਾਣੀ ਮੈਣੀ ਆਪਣੇ ਪਤੀ ਰਾਜਾ ਫਤਿਹ ਚੰਦ ਨੂੰ ਨਾਲ ਲੈ ਕੇ ਗੰਗਾ ਨਦੀ ਦੇ ਕਿਨਾਰੇ ਪੰਡਿਤ ਸ਼ਿਵਦੱਤ ਜੀ ਕੋਲ ਗਈ। ਰਾਣੀ ਮੈਣੀ ਆਪਣਾ ਸਾਰਾ ਹਾਲ ਪੰਡਿਤ ਜੀ ਨੂੰ ਦੱਸਿਆ ਅਤੇ ਕਿਹਾ ਕਿ ਪੰਡਿਤ ਜੀ, ਤੁਸੀਂ ਤਾਂ ਜੋਤਿਸ਼ ਵਿਦਿਆ ਦੇ ਮਾਹਰ ਹੋ, ਤੁਸੀਂ ਤਾਂ ਸਾਰੇ ਹੀ ਧਰਮ ਗ੍ਰੰਥ ਪੜ੍ਹੇ ਹਨ। ਕਿਰਪਾ ਕਰੋ ਮੇਰੇ ਤੇ ਅਤੇ ਮੈਨੂੰ ਦੱਸੋ ਕਿ ਮੈਨੂੰ ਪੁੱਤਰ ਦੀ ਦਾਤ ਕਦੋਂ ਪ੍ਰਾਪਤ ਹੋਵੇਗੀ। ਪੰਡਿਤ ਜੀ ਨੇ ਬੜੇ ਹੀ ਧਿਆਨ ਨਾਲ ਰਾਣੀ ਦੇ ਹੱਥ ਦੀਆਂ ਲਕੀਰਾਂ ਨੂੰ ਪੜ੍ਹਿਆ ਅਤੇ ਕਿਹਾ, ਤੁਹਾਡੇ ਭਾਗਾਂ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਹੋਇਆ। ਰਾਣੀ ਜੀ, ਤੁਸੀਂ ਸੰਤੋਖ ਰੱਖੋ। ਰਾਣੀ ਇਹ ਗੱਲ ਸੁਣ ਕੇ ਬੜੀ ਹੀ ਵਿਆਕੁਲ ਹੋਈ ਅਤੇ ਵਿਲਾਪ ਕਰਨ ਲੱਗੀ ਤੇ ਕਹਿਣ ਲੱਗੀ ਕਿ ਪੰਡਿਤ ਜੀ, ਕੋਈ ਉਪਾਅ ਦੱਸੋ, ਕੋਈ ਜੁਗਤੀ, ਕੋਈ ਹਵਨ, ਕੋਈ ਪੂਜਾ, ਮੈਂ ਸਭ ਕੁਝ ਕਰਾਂਗੀ, ਜਿਸ ਨੂੰ ਕਰੇ ਤੇ ਮੇਰੇ ਲੇਖਾਂ ਵਿੱਚ ਇੱਕ ਪੁੱਤਰ ਦੀ ਦਾਤ ਹੋ ਜਾਵੇ। ਪਰੰਤੂ ਪੰਡਿਤ ਜੀ ਨੇ ਆਖਿਆ ਕਿ ਰਾਣੀ ਜੀ, ਅਜਿਹੀ ਕੋਈ ਪੂਜਾ ਨਹੀਂ ਹੈ ਜਿਸ ਨਾਲ ਕਿ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋ ਸਕੇ। ਰਾਣੀ ਦੀ ਅੱਖਾਂ ਵਿੱਚ ਅੱਥਰੂ ਵਹਿ ਤੁਰੇ ਅਤੇ ਉਸ ਦੀ ਪੀੜਾ ਬਹੁਤ ਵੱਧ ਗਈ। ਉਹ ਇੰਨੀ ਭਾਵੁਕ ਹੋ ਗਈ ਕਿ ਉਹ ਪੰਡਿਤ ਜੀ ਅੱਗੇ ਕੁਝ ਹੋਰ ਬੋਲ ਵੀ ਨਾ ਸਕੀ। ਪੰਡਿਤ ਜੀ ਨੂੰ ਰਾਣੀ ਦੀ ਪੀੜਾ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਆਖਿਆ ਕਿ ਰਾਣੀ, ਸਿਰਫ ਇੱਕ ਰਸਤਾ ਹੈ, ਜੇਕਰ ਤੁਸੀਂ ਉਸ ਰਸਤੇ 'ਤੇ ਚੱਲ ਸਕੋ ਤਾਂ ਹੋ ਸਕਦਾ ਹੈ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇ। ਤਾਂ ਰਾਣੀ ਦੇ ਮਨ ਵਿੱਚ ਆਸ ਦੀ ਕਿਰਨ ਜਾਗੀ ਅਤੇ ਉਸਨੇ ਕਿਹਾ ਕਿ ਪੰਡਿਤ ਜੀ, ਮੈਂ ਸਭ ਕੁਝ ਕਰਾਂਗੀ, ਤੁਸੀਂ ਬਸ ਮੈਨੂੰ ਮਾਰਗ ਦੱਸੋ। ਤਾਂ ਪੰਡਿਤ ਨੇ ਆਖਿਆ ਕਿ ਰਾਣੀ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 9ਵੇਂ ਵਾਰਿਸ ਸ਼੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਨੂੰ ਬੇਨਤੀ ਕਰੋ, ਉਹੀ ਤੁਹਾਡੇ ਲੇਖ ਬਦਲ ਸਕਦੇ ਹਨ। ਜੇਕਰ ਉਹਨਾਂ ਨੇ ਹੁਕਮ ਕਰ ਦਿੱਤਾ ਤਾਂ ਤੁਹਾਡੇ ਭਾਗਾਂ ਵਿੱਚ ਜ਼ਰੂਰ ਪੁੱਤਰ ਪ੍ਰਾਪਤ ਹੋਵੇਗਾ। ਪਰੰਤੂ ਪੰਡਿਤ ਨੇ ਨਾਲ ਹੀ ਇਹ ਵੀ ਦੱਸਿਆ ਕਿ ਉਹ ਇਸ ਵਕਤ ਇੱਥੇ ਨਹੀਂ ਹਨ, ਉਹ ਪੰਜਾਬ ਗਏ ਹੋਏ ਹਨ। ਤਾਂ ਤੁਸੀਂ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਦੇ ਪੁੱਤਰ ਬਾਲਕ ਗੋਬਿੰਦ ਰਾਏ ਨੂੰ ਵੀ ਬੇਨਤੀ ਕਰ ਸਕਦੇ ਹੋ। ਤਾਂ ਰਾਜਾ ਫਤਿਹ ਚੰਦ ਨੇ ਕਿਹਾ ਕਿ ਉਹ ਤਾਂ ਹਲੇ ਬਾਲਕ ਅਵਸਥਾ ਵਿੱਚ ਹਨ, ਉਹ ਤਾਂ ਬਹੁਤ ਹੀ ਛੋਟੇ ਹਨ। ਤਾਂ ਪੰਡਿਤ ਜੀ ਨੇ ਕਿਹਾ ਕਿ ਉਹ ਬਾਲ ਰੂਪ ਵਿੱਚ ਪੂਰਨ ਪੁਰਖ ਹਨ। ਰਾਜਾ ਇਹ ਸੁਣ ਕੇ
हैरान हो गया ਅਤੇ ਆਖਣ ਲੱਗਾ ਕਿ ਤੁਸੀਂ ਐਦਾਂ ਕਿਵੇਂ ਕਹਿ ਸਕਦੇ ਹੋ, ਉਹ ਤਾਂ ਬਹੁਤ ਹੀ ਛੋਟੇ ਹਨ। ਇੰਨੇ ਛੋਟੇ ਬੱਚੇ ਬਾਰੇ ਪੂਰਨ ਪੁਰਖ ਆਖਣਾ ਸਹੀ ਹੋਵੇਗਾ? ਤਾਂ ਪੰਡਿਤ ਜੀ ਨੇ ਜਵਾਬ ਦਿੱਤਾ ਕਿ ਮੈਂ ਰਾਮਚੰਦਰ ਜੀ ਦਾ ਭਗਤ ਹਾਂ। ਮੈਂ ਜਦੋਂ ਵੀ ਰਾਮ ਜੀ ਦੀ ਭਗਤੀ ਵਿੱਚ ਬੈਠਦਾ ਹਾਂ ਤਾਂ ਮੈਨੂੰ ਧਿਆਨ ਵਿੱਚ ਇਸੇ ਬਾਲਕ ਦੇ ਰਾਮ ਰੂਪ ਵਿੱਚ ਦਰਸ਼ਨ ਹੁੰਦੇ ਹਨ। ਇਹ ਬਾਲਕ ਕੋਈ ਸਾਧਾਰਨ ਬਾਲਕ ਨਹੀਂ ਹੈ, ਇਹ ਬਾਲਕ ਪੂਰਨ ਪ੍ਰਭੂ ਦਾ ਅਵਤਾਰ ਹੈ। ਇਹ ਖੁਦ ਹੀ ਰਾਮਚੰਦਰ ਜੀ ਦਾ ਅਵਤਾਰ ਹਨ। ਇਹ ਸੁਣ ਕੇ ਰਾਣੀ ਨੇ ਵੀ ਪੰਡਿਤ ਜੀ ਦੀ ਹਾਂ ਵਿੱਚ ਹਾਂ ਮਿਲਾਈ ਅਤੇ ਆਖਿਆ, ਹਾਂਜੀ ਪੰਡਿਤ ਜੀ, ਮੈਨੂੰ ਵੀ ਅਜਿਹਾ ਹੀ ਅਨੁਭਵ ਹੁੰਦਾ ਹੈ ਕਿ ਇਹ ਕੋਈ ਆਮ ਬਾਲਕ ਨਹੀਂ ਹਨ, ਇਹ ਇੱਕ ਦਿਵਯ ਜੋਤ ਹੈ। ਇਹ ਸੁਣ ਕੇ ਰਾਣੀ ਨੇ ਮਨ ਹੀ ਮਨ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਕਿ ਗੋਬਿੰਦ ਰਾਏ ਜੀ, ਤੁਸੀਂ ਕਿਰਪਾ ਕਰੋ, ਮੇਰੇ ਵੀ ਘਰ ਵਿੱਚ ਆਪਣੇ ਚਰਨ ਪਾਵੋ ਅਤੇ ਮੇਰੀ ਵੀ ਗੋਦ ਨੂੰ ਆਪਣੇ ਵਰਗੇ ਇੱਕ ਪੁੱਤਰ ਨਾਲ ਭਰ ਦਿਓ। ਇੱਕ ਦਿਨ ਇਸੇ ਤਰ੍ਹਾਂ ਹੀ ਇਕਾਗਰਚਿੱਤ ਹੋ ਕੇ ਬਾਲਕ ਗੋਬਿੰਦ ਰਾਏ ਜੀ ਦਾ ਰਾਣੀ ਮੈਣੀ ਆਪਣੇ ਮਨ ਵਿੱਚ ਧਿਆਨ ਧਰ ਰਹੀ ਸੀ ਅਤੇ ਅਰਦਾਸਾਂ ਕਰ ਰਹੀ ਸੀ ਕਿ ਗੋਬਿੰਦ ਜੀ, ਕਿਰਪਾ ਕਰੋ, ਮੇਰੀ ਵੀ ਗੋਦ ਭਰ ਦਿਓ, ਮੇਰੀ ਗੋਦ ਵਿੱਚ ਵੀ ਤੁਹਾਡੇ ਵਰਗਾ ਇੱਕ ਸੋਹਣਾ ਬਾਲਕ ਹੋ ਜਾਵੇ। ਗੋਬਿੰਦ ਰਾਏ ਜੀ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਰਾਣੀ ਉਹਨਾਂ ਨੂੰ ਯਾਦ ਕਰ ਰਹੀ ਹੈ। ਤਾਂ ਗੋਬਿੰਦ ਜੀ ਖੇਡਦੇ ਖੇਡਦੇ ਅਚਾਨਕ ਹੀ ਰਾਣੀ ਦੇ ਘਰ ਵਿੱਚ ਚਲੇ ਗਏ ਅਤੇ ਜਾ ਕੇ ਆਵਾਜ਼ ਲਗਾਈ ਕਿ ਮਾਂ, ਮੈਨੂੰ ਬਹੁਤ ਭੁੱਖ ਲੱਗੀ ਹੈ, ਕਿਰਪਾ ਕਰੋ ਮੈਨੂੰ ਕੁਝ ਖਾਣ ਵਾਸਤੇ ਦਿਓ। ਇਹ ਗੱਲ ਆਖ ਕੇ ਗੋਬਿੰਦ ਜੀ ਰਾਣੀ ਦੀ ਗੋਦ ਵਿੱਚ ਜਾ ਕੇ ਬੈਠ ਗਏ। ਜਿਵੇਂ ਹੀ ਰਾਣੀ ਨੇ ਅੱਖਾਂ ਖੋਲ੍ਹ ਕੇ ਵੇਖਿਆ ਤਾਂ ਸਾਹਮਣੇ ਗੋਬਿੰਦ ਜੀ ਸਨ ਅਤੇ ਉਹ ਝਟਪਟ ਹੀ ਆ ਕੇ ਰਾਣੀ ਦੀ ਗੋਦ ਵਿੱਚ ਬੈਠ ਗਏ ਸਨ। ਇਹ ਵੇਖ ਕੇ ਰਾਣੀ ਬੜੀ ਹੈਰਾਨ ਅਤੇ ਖੁਸ਼ ਹੋਈ। ਉਸ ਦੇ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਸਨੂੰ ਆਪਣੀਆਂ ਅੱਖਾਂ 'ਤੇ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਸੱਚਮੁੱਚ ਹੀ ਬਾਲਕ ਗੋਬਿੰਦ ਰਾਏ ਜੀ ਮੇਰੀ ਗੋਦ ਵਿੱਚ ਬੈਠੇ ਹਨ। ਤਾਂ ਰਾਣੀ ਨੇ ਤੁਰੰਤ ਹੀ ਗੋਬਿੰਦ ਜੀ ਨੂੰ ਆਖਿਆ ਕਿ ਤੁਸੀਂ ਮੈਨੂੰ ਹੁਣੇ ਕੀ ਆਖਿਆ ਸੀ? ਤਾਂ ਗੋਬਿੰਦ ਜੀ ਕਹਿਣ ਲੱਗੇ, ਤੁਸੀਂ ਮੇਰੀ ਮਾਂ ਹੋ ਅਤੇ ਮਾਂ ਨੂੰ ਮਾਂ ਹੀ ਆਖਾਂਗਾ, ਮੈਂ ਵੀ ਤਾਂ ਤੁਹਾਡਾ ਪੁੱਤਰ ਹਾਂ। ਇਹ ਗੱਲ ਸੁਣ ਕੇ ਰਾਣੀ ਨੂੰ ਬੜੀ ਖੁਸ਼ੀ ਹੋਈ ਅਤੇ ਉਹ ਆਖਣ ਲੱਗੀ, ਤੁਹਾਨੂੰ ਭੁੱਖ ਲੱਗੀ ਹੈ, ਤੁਸੀਂ ਦੱਸੋ ਕੀ ਖਾਓਗੇ? ਤਾਂ ਬਾਲਕ ਗੋਬਿੰਦ ਜੀ ਨੇ ਆਖਿਆ ਕਿ ਮਾਂ, ਤੁਸੀਂ ਕੁਝ ਵੀ ਲੈ ਆਓ, ਜਾਂ ਤਾਂ ਜੋ ਰਸੋਈ ਘਰ ਵਿੱਚ ਪੂਰੀਆਂ ਛੋਲੇ ਬਣੇ ਹੋਏ ਹਨ ਉਹ ਹੀ ਲੈ ਆਓ। ਰਾਣੀ ਇਹ ਸੁਣ ਕੇ ਹੈਰਾਨ ਹੋਈ ਅਤੇ ਆਖਣ ਲੱਗੀ, ਤੁਹਾਨੂੰ ਕਿੱਦਾਂ ਪਤਾ ਕਿ ਅੱਜ ਮੈਂ ਤੁਹਾਡੇ ਲਈ ਪੂਰੀਆਂ ਛੋਲੇ ਬਣਾਏ ਹਨ? ਤਾਂ ਗੋਬਿੰਦ ਜੀ ਨੇ ਆਖਿਆ ਕਿ ਮਾਂ, ਇੰਨੀ ਚੰਗੀ ਸੁਗੰਧ ਆ ਰਹੀ ਹੈ, ਪਤਾ ਤਾਂ ਲੱਗ ਹੀ ਜਾਂਦਾ ਹੈ। ਇਹ ਗੱਲ ਸੁਣ ਕੇ ਰਾਣੀ ਖੁਸ਼ ਹੋਈ ਅਤੇ ਮੁਸਕਰਾ ਕੇ ਜਲਦੀ ਨਾਲ ਪੂਰੀਆਂ ਛੋਲੇ ਲੈ ਆਈ। ਗੋਬਿੰਦ ਜੀ ਨੇ ਆਪਣੇ ਨਾਲ ਦੇ ਬਾਲਕਾਂ ਨੂੰ ਵੀ ਇਸ਼ਾਰਾ ਕਰਕੇ ਹਵੇਲੀ ਦੇ ਅੰਦਰ ਬੁਲਾ ਲਿਆ। ਰਾਣੀ ਨੇ ਸਾਰਿਆਂ ਨੂੰ ਪੂਰੀਆਂ ਛੋਲੇ ਖਵਾਏ ਅਤੇ ਬਾਲਕ ਉਸੇ ਰਾਣੀ ਦੀ ਹਵੇਲੀ ਵਿੱਚ ਖੇਡਣ ਲੱਗੇ। ਉਸ ਦੇ ਬਾਗ ਵਿੱਚੋਂ ਫਲ ਤੋੜ ਕੇ ਖਾਣ ਲੱਗੇ। ਰਾਣੀ ਇਹ ਵੇਖ ਕੇ ਬੜੀ ਖੁਸ਼ ਹੋਈ ਅਤੇ ਸੋਚਣ ਲੱਗੀ, ਗੋਬਿੰਦ ਜੀ ਨੇ ਮੇਰੇ ਘਰ ਵਿੱਚ ਚਰਨ ਪਾਏ ਹਨ, ਜਿਸ ਦੀ ਵਜ੍ਹਾ ਕਰਕੇ ਮੇਰੀ ਸੁੰਨੀ ਹਵੇਲੀ ਵਿੱਚ ਵੀ ਰੌਣਕ ਹੋ ਗਈ ਹੈ। ਸਾਰੇ ਬਾਲਕ ਮੇਰੀ ਹਵੇਲੀ ਵਿੱਚ ਵੀ ਖੇਡਣ ਲੱਗੇ ਹਨ। ਰਾਣੀ ਇਹ ਵੇਖ ਕੇ ਬੜੀ ਹੀ ਪ੍ਰਸੰਨ ਰਹਿਣ ਲੱਗੀ। ਤਾਂ ਗੋਬਿੰਦ ਜੀ ਵੀ ਹਰ ਰੋਜ਼ ਰਾਣੀ ਦੇ ਘਰ ਆ ਜਾਇਆ ਕਰਦੇ ਸਨ ਅਤੇ ਆ ਕੇ ਆਖਦੇ ਕਿ ਮਾਂ, ਕੁਝ ਖਾਣ ਨੂੰ ਦਿਓ, ਮੈਨੂੰ ਭੁੱਖ ਲੱਗੀ ਹੈ। ਹਰ ਰੋਜ਼ ਨਿੱਤ ਦਾ ਐਦਾਂ ਹੀ ਹੋ ਰਿਹਾ ਸੀ। ਗੋਬਿੰਦ ਜੀ ਰਾਣੀ ਦੇ ਘਰ ਆਉਂਦੇ ਅਤੇ ਉਸ ਨੂੰ ਆ ਕੇ ਮਾਂ ਕਹਿ ਕੇ ਪੁਕਾਰਦੇ। ਰਾਣੀ ਉਸ ਸਮੇਂ ਬੜੀ ਹੀ ਪ੍ਰਸੰਨ ਹੁੰਦੀ। ਕੁਝ ਕੁ ਦਿਨ ਐਦਾਂ ਹੀ ਬੀਤ ਗਏ ਤਾਂ ਇੱਕ ਦਿਨ ਬਾਲਕ ਗੋਬਿੰਦ ਰਾਏ ਜੀ ਨੇ ਆ ਕੇ ਆਪਣੀ ਮਾਤਾ ਗੁਜਰੀ ਜੀ ਨੂੰ ਕਿਹਾ ਕਿ ਮਾਤਾ ਜੀ, ਪਿਤਾ ਜੀ ਨੂੰ ਗਏ ਹੋਏ ਕਿੰਨਾ ਸਮਾਂ ਹੋ ਗਿਆ ਹੈ, ਹੁਣ ਉਹ ਕਦੋਂ ਆਉਣਗੇ? ਜਾਂ ਤਾਂ ਉਹ ਸਾਨੂੰ ਹੀ ਆਪਣੇ ਕੋਲ ਬੁਲਾ ਲੈਣ। ਬਾਲਕ ਗੋਬਿੰਦ ਜੀ ਦੀਆਂ ਇਹ ਗੱਲਾਂ ਸੁਣ ਕੇ ਮਾਤਾ ਜੀ ਨੇ ਪਿਤਾ ਜੀ ਵੱਲ ਸੁਨੇਹਾ ਭੇਜਿਆ। ਤਾਂ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਨਵੇਂ
ਨਗਰ ਦਾ ਕਾਰਜ ਥੋੜ੍ਹਾ ਹੀ ਰਹਿੰਦਾ ਹੈ, ਕੁਝ ਕੁ ਸਮੇਂ ਵਿੱਚ ਤੁਹਾਨੂੰ ਉੱਥੇ ਹੀ ਬੁਲਾ ਲਵਾਂਗਾ। ਉਸ ਸਮੇਂ ਬਾਲਕ ਗੋਬਿੰਦ ਰਾਏ ਜੀ 6 ਸਾਲ ਦੇ ਹੋ ਗਏ ਸਨ। ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਪਰਿਵਾਰ ਸਮੇਤ ਪੰਜਾਬ ਹੀ ਬੁਲਾ ਲਿਆ ਸੀ। ਇਹ ਖਬਰ ਇਲਾਕੇ ਵਿੱਚ ਬਹੁਤ ਤੇਜ਼ੀ ਨਾਲ ਫੈਲ ਗਈ ਕਿ ਬਾਲਕ ਗੋਬਿੰਦ ਰਾਏ ਜੀ ਆਪਣੇ ਪਿਤਾ ਜੀ ਕੋਲ ਪੰਜਾਬ ਜਾ ਰਹੇ ਹਨ। ਇਹ ਖਬਰ ਰਾਣੀ ਨੂੰ ਵੀ ਪਤਾ ਲੱਗੀ ਅਤੇ ਰਾਣੀ ਬੜੀ ਹੀ ਉਦਾਸ ਹੋਈ ਅਤੇ ਵੈਰਾਗ ਵਿੱਚ ਆ ਗਈ। ਜਦੋਂ ਗੋਬਿੰਦ ਜੀ ਰਾਣੀ ਮੈਣੀ ਨੂੰ ਜਾਂਦੀ ਵਾਰ ਮਿਲਣ ਆਏ ਤਾਂ ਰਾਣੀ ਵੈਰਾਗ ਵਿੱਚ ਸੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅਤੇ ਉਹ ਬਾਰ-ਬਾਰ ਆਖ ਰਹੀ ਸੀ ਕਿ ਪੁੱਤਰ, ਮੈਂ ਤੁਹਾਡੇ ਤੋਂ ਬਿਨਾਂ ਕਿਵੇਂ ਰਹਾਂਗੀ। ਹੁਣ ਤੁਸੀਂ ਮੇਰੀ ਹਵੇਲੀ ਵਿੱਚ ਨਹੀਂ ਆਓਗੇ ਤਾਂ ਬਾਕੀ ਦੇ ਬਾਲਕ ਵੀ ਨਹੀਂ ਆਉਣਗੇ। ਮੇਰੀ ਹਵੇਲੀ ਤਾਂ ਫਿਰ ਤੋਂ ਸੁੰਨੀ ਹੋ ਜਾਵੇਗੀ। ਤਾਂ ਗੋਬਿੰਦ ਰਾਏ ਜੀ ਨੇ ਆਖਿਆ ਕਿ ਮਾਂ, ਮੈਂ ਹਮੇਸ਼ਾ ਹੀ ਤੁਹਾਡੇ ਨਾਲ ਹਾਂ। ਮੈਂ ਤੁਹਾਡੇ ਮਨ ਵਿੱਚ, ਤੁਹਾਡੀ ਸੋਚ ਵਿੱਚ ਹਰ ਸਮੇਂ ਰਹਾਂਗਾ। ਜਦੋਂ ਵੀ ਤੁਹਾਨੂੰ ਮੇਰੀ ਯਾਦ ਆਵੇਗੀ ਤਾਂ ਤੁਸੀਂ ਇਕਾਗਰ-ਚਿੱਤ ਹੋ ਕੇ ਮੇਰਾ ਨਾਮ ਲਿਓ ਤਾਂ ਮੈਂ ਤੁਰੰਤ ਹੀ ਤੁਹਾਨੂੰ ਦਰਸ਼ਨ ਦੇਵਾਂਗਾ। ਇਹ ਗੱਲ ਸੁਣ ਕੇ ਬਾਲਕ ਗੋਬਿੰਦ ਰਾਏ ਜੀ ਨੇ ਆਖਿਆ ਕਿ ਮਾਂ, ਮੈਂ ਇਸ ਸੰਸਾਰ ਵਿੱਚ ਬਹੁਤ ਸਾਰੇ ਕਾਰਜ ਕਰਨੇ ਹਨ, ਬਹੁਤ ਸਾਰੇ ਦੀਨ ਦੁਖੀਆਂ ਦੀ ਦੁੱਖ ਦੂਰ ਕਰਨੇ ਹਨ, ਬਹੁਤ ਸਾਰੇ ਗਰੀਬਾਂ ਅਤੇ ਮਜ਼ਲੂਮਾਂ ਨੂੰ ਉਹਨਾਂ ਦੇ ਹੱਕ ਦਿਵਾਉਣੇ ਹਨ ਅਤੇ ਉਹਨਾਂ ਨੂੰ ਇਸ ਸੰਸਾਰ ਵਿੱਚ ਸਿਰ ਉੱਚਾ ਕਰਕੇ ਜੀਣਾ ਸਿਖਾਉਣਾ ਹੈ। ਤਾਂ ਤੁਸੀਂ ਮੈਨੂੰ ਜਾਣ ਦੀ ਆਗਿਆ ਦਿਓ। ਰਾਣੀ ਮੈਣੀ ਨੇ ਵੀ ਦਰਵਿਤ ਅੱਖਾਂ ਨਾਲ ਬਾਲਕ ਗੋਬਿੰਦ ਰਾਏ ਜੀ ਨੂੰ ਜਾਣ ਦੀ ਆਗਿਆ ਦਿੱਤੀ, ਪਰੰਤੂ ਨਾਲ ਹੀ ਇੱਕ ਸ਼ਰਤ ਵੀ ਰੱਖੀ ਕਿ ਜਦੋਂ ਵੀ ਉਹ ਯਾਦ ਕਰਨਗੇ ਬਾਲਕ ਗੋਬਿੰਦ ਜੀ ਉਹਨਾਂ ਨੂੰ ਉਸੇ ਸਮੇਂ ਦਰਸ਼ਨ ਦੇਣਗੇ। ਤਾਂ ਗੋਬਿੰਦ ਜੀ ਨੇ ਆਖਿਆ ਕਿ ਮਾਂ, ਮੈਂ ਜ਼ਰੂਰ ਤੁਹਾਨੂੰ ਦਰਸ਼ਨ ਦੇਵਾਂਗਾ, ਬਸ ਤੁਸੀਂ ਮੈਨੂੰ ਯਾਦ ਰੱਖਣਾ। ਅਤੇ ਇਹ ਬਾਲਕ ਵੀ ਤੁਹਾਡੀ ਹਵੇਲੀ ਵਿੱਚ ਹਰ ਰੋਜ਼ ਇਸੇ ਤਰ੍ਹਾਂ ਹੀ ਖੇਡਣ ਆਇਆ ਕਰਨਗੇ। ਤੁਸੀਂ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਨਿਤ ਪ੍ਰਸ਼ਾਦ ਛਕਵਾਇਆ ਕਰਨਾ। ਇਹ ਗੱਲ ਆਖ ਕੇ ਬਾਲਕ ਗੋਬਿੰਦ ਰਾਏ ਜੀ ਨੇ ਰਾਣੀ ਮੈਣੀ ਤੋਂ ਵਿਦਾ ਲਈ ਅਤੇ ਆਪਣੇ ਪਰਿਵਾਰ ਅਤੇ ਮਾਤਾ ਗੁਜਰੀ ਜੀ ਨਾਲ ਪੰਜਾਬ ਨੂੰ ਆ ਗਏ। ਉੱਥੇ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਉਡੀਕ ਕਰ ਰਹੇ ਸਨ। ਤਾਂ ਸੰਗਤ ਜੀ, ਇਸ ਤਰ੍ਹਾਂ ਬਾਲਕ ਗੋਬਿੰਦ ਰਾਏ ਜੀ ਨੇ ਰਾਣੀ ਦੀ ਗੋਦ ਵੀ ਹਰੀ ਕਰ ਦਿੱਤੀ ਅਤੇ ਜੋ ਕਿਸਮਤ ਦਾ ਲਿਖਿਆ ਸੀ ਉਸ ਨੂੰ ਵੀ ਬਦਲ ਦਿੱਤਾ। ਪਰਮਾਤਮਾ ਖੁਦ ਉਸ ਰਾਣੀ ਦੀ ਗੋਦ ਵਿੱਚ ਪੁੱਤਰ ਰੂਪ ਹੋ ਕੇ ਵਿਰਾਜਮਾਨ ਹੋ ਗਏ, ਜਿਸ ਨਾਲ ਕਿ ਉਸ ਦੀ ਗੋਦ ਖੁਸ਼ੀਆਂ ਨਾਲ ਭਰ ਗਈ। ਸੰਗਤ ਜੀ, ਇਸੇ ਤਰ੍ਹਾਂ ਹੀ ਜੇਕਰ ਅਸੀਂ ਵੀ ਆਪਣੇ ਮਨ ਵਿੱਚ ਪੂਰਨ ਸ਼ਰਧਾ ਅਤੇ ਪੂਰਨ ਯਕੀਨ ਬਣਾ ਕੇ ਰੱਖੀਏ ਤਾਂ ਗੁਰੂ ਜੀ ਸਾਡੀ ਵੀ ਝੋਲੀ ਇਸੇ ਤਰ੍ਹਾਂ ਹੀ ਖੁਸ਼ੀਆਂ ਨਾਲ ਭਰਨਗੇ ਅਤੇ ਸਾਡੇ ਵੀ ਜੀਵਨ ਵਿੱਚ ਕੋਈ ਵੀ ਦੁੱਖ ਨੇੜੇ ਨਹੀਂ ਆ ਸਕੇਗਾ। ਸੰਗਤ ਜੀ, ਸਾਡਾ ਉਪਰਾਲਾ ਕੇਵਲ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਦਾ ਹੈ ਤਾਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨ ਦੀ ਸੇਵਾ ਕਰਨਾ ਜੀ ਅਤੇ ਨਾਲ ਹੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜੀ, ਤਾਂ ਜੋ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦਾ ਹੋਰ ਸਿੱਖ ਇਤਿਹਾਸ ਲੈ ਕੇ ਹਾਜ਼ਰ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।